ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਅੱਜ ਅਸੀਂ ਗੱਲਬਾਤ ਕਰਾਂਗੇ ਕਿ ਸਰਕਾਰ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਗਿਆ ਉਹਦੇ ਵਿੱਚ ਕਿਸਾਨਾਂ ਦੇ ਪੱਖ ਦੀ ਗੱਲ ਹੋਈ ਹੈ ਜਾਂ ਨਹੀਂ ਹੋਈ, ਕੀ ਹੋਣਾ ਚਾਹੀਦਾ ਸੀ, ਉਮੀਦਾਂ ਤੇ ਖਰਾ ਉਤਰਿਆ ਜਾਂ ਨਹੀਂ ਉਤਰਿਆ, ਇਸ ਉੱਤੇ ਗੱਲਬਾਤ ਕਰਾਂਗੇ। ਦੂਜਾ ਇਹ ਕਿ ਕਿਸਾਨੀ ਅੰਦੋਲਨ ਦੇ ਵਿਚਾਲੇ ਜਿਸ ਤਰੀਕੇ ਨਾਲ ਨੈੱਟ ਬੰਦ ਕੀਤਾ ਗਿਆ, ਰਾਕੇਸ਼ ਟਕੈਤ ਜਿਹੜਾ ਉਹ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਸਰਕਾਰ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹਾਂ, ਪ੍ਰਧਾਨ ਮੰਤਰੀ ਸਾਹਿਬ ਸਾਨੂੰ ਨੰਬਰ ਦੱਸਣ ਜਿਸ ਦੇ ਨਾਲ ਸਿੱਧੀ ਗੱਲ ਪ੍ਰਧਾਨ ਮੰਤਰੀ ਸਾਹਿਬ ਨਾਲ ਹੋਵੇ। ਉਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਅਗਲੀਆਂ ਸੰਭਾਵਨਾਵਾਂ ਕੀ ਨੇ। ਦੀਪ ਸਿੱਧੂ ਜਿਸ ਤਰੀਕੇ ਨਾਲ ਆਪਣੀ ਵੀਡੀਓ ਲਗਾਤਾਰ ਵਾਇਰਲ ਕਰ ਰਹੇ ਨੇ, ਹੁਣ ਤੱਕ ਦੀਪ ਸਿੱਧੂ ਤੱਕ ਪੁਲਿਸ ਦੇ ਹੱਥ ਕਿਉਂ ਨਹੀਂ ਪਹੁੰਚੇ, ਉਸ ਉੱਤੇ ਗੱਲਬਾਤ ਕਰਨ ਲਈ ਮੇਰੇ ਨਾਲ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਲੋਕ। ਸ਼ੁਕਰੀਆ ਸੁਖਵਿੰਦਰ ਜੀ, ਮਿਹਰਬਾਨੀ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਜਿਹੜਾ ਬਜਟ ਪੇਸ਼ ਕੀਤਾ ਗਿਆ ਉਹਦੇ ਬਾਰੇ ਦੱਸੋ ਕਿ ਕਿੱਦਾਂ ਦੇਖਦੇ ਹੋ ਉਸ ਬਜਟ ਨੂੰ। ਦੇਖੋ, ਪਿਛਲੇ ਲਗਭਗ 7 ਸਾਲਾਂ ਤੋਂ ਬੀਜੇਪੀ ਸਰਕਾਰ ਆਪਣੇ ਬਜਟ ਪੇਸ਼ ਕਰ ਰਹੀ ਹੈ ਔਰ ਜਿੰਨੇ ਵੀ ਬਜਟ ਇਹਨੇ ਹੁਣ ਤੱਕ ਪੇਸ਼ ਕੀਤੇ ਨੇ, ਖਾਸ ਤੌਰ ਤੇ ਮੈਂ ਕਿਸਾਨਾਂ ਨਾਲ ਜੋੜ ਕੇ ਜ਼ਰੂਰ ਆਪਣੀ ਗੱਲ ਕਰਨੀ ਚਾਹਾਂਗਾ। ਕਿਸਾਨਾਂ ਦੇ ਪਤਾ ਨਹੀਂ ਕਿਉਂ ਉਹਦੇ ਮਨ ਦੇ ਵਿੱਚ ਇੱਦਾਂ ਦਾ ਉਹਨਾਂ ਦੇ ਪ੍ਰਤੀ ਵਿਰੋਧ ਹੈ ਜਾਂ ਉਹਨਾਂ ਦੇ ਪ੍ਰਤੀ ਪਤਾ ਨਹੀਂ ਕੀ ਦੁਸ਼ਮਣੀ ਹੈ ਕਿ ਕਿਸਾਨਾਂ ਨੂੰ ਉਹ ਕੁਝ ਨਹੀਂ ਦੇਣਾ ਚਾਹੁੰਦੀ, ਸਗੋਂ ਕਿਸਾਨਾਂ ਨੂੰ ਜਿਹੜੀਆਂ ਮਾੜੀਆਂ ਮੋਟੀਆਂ ਸਹੂਲਤਾਂ ਪਹਿਲਾਂ ਮਿਲਦੀਆਂ ਰਹੀਆਂ ਨੇ ਉਹਨਾਂ ਦੇ ਉੱਤੇ ਵੀ ਉਹ ਕੱਟ ਲਾਉਣਾ ਚਾਹੁੰਦੀ ਹੈ। ਖਾਸ ਤੌਰ 'ਤੇ ਕੇਂਦਰ ਦੀ ਸਰਕਾਰ, ਜਿਸ ਤਰ੍ਹਾਂ ਦੇ ਆਪਾਂ ਨੂੰ ਪਤਾ ਹੈ ਕਿ ਤੁਸੀਂ ਹੁਣ ਕਿਸਾਨੀ ਸੰਘਰਸ਼ ਦੀ ਗੱਲ ਕੀਤੀ ਹੈ। ਕਿਸਾਨੀ ਸੰਘਰਸ਼ ਇਸੇ ਲਈ ਉਪਜਿਆ ਸੀਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕਾਨੂੰਨ ਉਹਨੇ ਪਾਸ ਕੀਤੇ ਔਰ ਇਸ ਸੈਸ਼ਨ ਦੇ ਵਿੱਚ ਉਹ ਕਾਨੂੰਨ ਜਿਹੜੇ ਨੇ ਉਹ ਸਾਰੇ ਪਾਸ ਹੋਣੇ ਨੇ ਔਰ ਇਹਦੇ ਵਿੱਚ ਹੀ ਤੁਸੀਂ ਦੇਖੋਗੇ ਕਿ ਬਹੁਤ ਸਾਰੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਇਸ ਬਜਟ ਦਾ ਵਿਰੋਧ ਵੀ ਕੀਤਾ ਹੈ। ਸੋ ਇਹ ਲਗਾਤਾਰ ਇਹ ਗੱਲ ਹੋ ਰਹੀ ਹੈ ਕਿ ਕਿਸਾਨਾਂ ਨੂੰ, ਜਦੋਂ ਕਿ ਅੱਜ ਜਿਹੜਾ ਹਿੰਦੁਸਤਾਨ ਦੀ ਜਿਹੜੀ ਇਕੋਨਮੀ ਹੈ ਉਹ ਮਾਈਨਸ ਦੇ ਵਿੱਚ ਜਾ ਰਹੀ ਹੈ ਔਰ ਬਹੁਤ ਵੱਡਾ ਸੰਕਟ ਮੈਨੂੰ ਲੱਗਦਾ ਕਿ 75 ਸਾਲਾਂ ਦੀ ਜਿਹੜੀ ਆਜ਼ਾਦੀ ਤੋਂ ਬਾਅਦ ਤੁਸੀਂ ਦੇਖੋਗੇ ਕਿ ਪਹਿਲੀ ਵਾਰੀ ਇੰਨੇ ਮਾਈਨਸ ਦੇ ਵਿੱਚ ਜਾਣਾ ਇਕੋਨਮੀ ਦਾ ਔਰ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਤੁਹਾਡਾ ਜਿਹੜਾ ਰੁਜ਼ਗਾਰ ਹੈ, ਨੌਕਰੀਆਂ ਜਿਹੜੀਆਂ ਨੇ ਉਹਨਾਂ ਦਾ ਮਤਲਬ ਹਟ ਜਾਣਾ ਔਰ ਬਹੁਤ ਹਰ ਫੈਕਟਰ, ਚਾਹੇ ਉਹ ਮੈਨੂਫੈਕਚਰਿੰਗ ਸੈਕਟਰ ਹੈ, ਚਾਹੇ ਉਹ ਸਰਵਿਸ ਸੈਕਟਰ ਹੈ, ਚਾਹੇ ਈਵਨ ਜਿਹੜੀ ਹੋਰ ਬਾਕੀ ਸੈਕਟਰ ਜਿਹੜੇ ਨੇ ਉਹ ਬਹੁਤ ਵੱਡੇ ਸੰਕਟ 'ਚ ਚੱਲ ਰਹੇ ਨੇ। ਆਪਾਂ ਨੂੰ ਪਤਾ ਹੀ ਹੈ ਕਿ ਕਰੋਨਾ ਦੇ ਦੌਰਾਨ ਜਿਹੜਾ ਸੀਗਾ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਸੀਗੀਆਂ। ਸੋ ਕਿੱਥੇ ਤਾਂ ਇਹਨੂੰ ਬਹੁਤ ਵਿਜ਼ਨਰੀ ਬਜਟ ਦੀ ਲੋੜ ਸੀਗੀ ਕਿ ਵਿਜ਼ਨ ਦੇ ਨਾਲ ਇਹ ਬਜਟ ਬਣਾਇਆ ਜਾਂਦਾ ਔਰ ਇਹਦੇ ਵਿੱਚ ਨੌਕਰੀਆਂ ਦੇ ਲਈ ਕੋਈ ਜਿਹੜੀ ਹੈਗੀ ਆ ਪ੍ਰਾਵਧਾਨ ਕੀਤਾ ਜਾਂਦਾ। ਪਰ ਹੋਇਆ ਕੀ ਕਿ ਸਰਕਾਰ ਜਿਹੜੀ ਹੈਗੀ ਆ ਨੌਕਰੀਆਂ ਸਗੋਂ ਹੋਰ ਉਹਨਾਂ ਬਾਰੇ ਕੋਈ ਗੱਲ ਨਹੀਂ ਹੋ ਰਹੀ, ਨੌਕਰੀਆਂ ਨੂੰ ਹੋਰ ਮਤਲਬ ਖੋਹਣਾ ਚਾਹੁੰਦੀ ਹੈ। ਇੱਥੋਂ ਤੱਕ ਕਿ ਜਿਹੜੀ ਕਿਸਾਨੀ ਬਚਦੀ ਹੈ, ਜਿਹੜਾ ਕਿਸਾਨ ਜਿਹੜਾ ਹੈਗਾ ਸਿਰਫ ਇਸ ਇਕੋਨਮੀ ਨੂੰ ਕਿਸਾਨ ਹੀ ਬਚਾ ਰਿਹਾ ਸੀਗਾ। ਆਪਾਂ ਨੂੰ ਪਤਾ ਹੈ ਕਿ ਕਿਸਾਨ ਜਿਹੜੀ ਹੈਗੀ ਹੈ ਖੇਤੀਬਾੜੀ ਦੀ ਇਕੋਨਮੀ ਹੈ ਉਹ ਬਚ ਰਹੀ ਸੀਗੀ, ਉਹਨੇ ਹਿੰਦੁਸਤਾਨ ਨੂੰ ਜਿਹੜਾ ਮਾੜਾ ਮੋਟਾ ਆਕਸੀਜਨ ਦਿੱਤੀ ਹੈ ਔਰ ਉਸ ਨੂੰ ਪ੍ਰਫੁੱਲਤ ਕਰਨ ਦੇ ਲਈ, ਉਸ ਨੂੰ ਹੋਰ ਡਿਵੈਲਪ ਕਰਨ ਦੇ ਲਈ ਜਿਸ ਤਰ੍ਹਾਂ ਦੀ ਸਬਸਿਡੀਜ਼ ਚਾਹੀਦੀਆਂ ਸੀਗੀਆਂ, ਜਿਸ ਤਰ੍ਹਾਂ ਕਿਸਾਨ ਦੀ ਬਾਂਹ ਫੜਨੀ ਚਾਹੀਦੀ ਸੀਗੀ। ਔਰ ਵੱਡੀ ਗੱਲ ਹੈ ਕਿ ਕਿਸਾਨ ਇਸ ਵੇਲੇ ਮੈਨੂੰ ਲੱਗਦਾ ਹੈ ਕਿ ਪੂਰੇ ਪੰਜਾਬ ਦਾ ਔਰ ਹਿੰਦੁਸਤਾਨ ਦਾ ਕਿਸਾਨ ਬਹੁਤ ਵੱਡੇ ਕਰਜ਼ੇ 'ਚ ਫਸਿਆ ਹੋਇਆ ਹੈ ਔਰ ਹਰ ਵਾਰੀ ਜਿਹੜਾ ਜਦੋਂ ਮੈਨੀਫੈਸਟੋ ਰਿਲੀਜ਼ ਕੀਤਾ ਜਾਂਦਾ ਵੱਖ-ਵੱਖ ਪਾਰਟੀਆਂ ਦੇ ਰਾਹੀਂ, ਖਾਸ ਤੌਰ 'ਤੇ ਬੀਜੇਪੀ ਦੀ ਪਾਰਟੀ ਦੇ ਰਾਹੀਂ, ਉਹ ਲਗਾਤਾਰ ਕਹਿੰਦੀ ਹੈ ਕਿ ਅਸੀਂ ਇਹ ਕਿਸਾਨਾਂ ਦਾ ਜਿਹੜਾ ਕਰਜ਼ਾ ਹੈ ਮਾਫ਼ ਕਰ ਦਿਆਂਗੇ ਔਰ ਉਹਦੇ ਵਿੱਚ ਇਸ ਬਜਟ ਦੇ ਵਿੱਚ ਉਸ ਬਾਰੇ ਵੀ ਕੋਈ ਗੱਲ ਨਹੀਂ ਕੀਤੀ ਗਈ। ਇਸੇ ਤਰ੍ਹਾਂ ਜਿਹੜੀਆਂ ਇੰਡਸਟਰੀ ਹੈ, ਖਾਸ ਤੌਰ 'ਤੇ ਜੇ ਆਪਾਂ ਐਗਰੋ ਇੰਡਸਟਰੀ ਦੀ ਗੱਲ ਕਰਦੇ ਹਾਂ, ਐਗਰੋ ਇੰਡਸਟਰੀ ਜਿਹੜੀ ਸੀਗੀ ਸਾਡੇ ਪੰਜਾਬ ਦੇ ਵਿੱਚ ਜਾਂ ਜਿਹੜੀਆਂ ਜਿੱਥੇ ਖੇਤੀਬਾੜੀ ਪ੍ਰਧਾਨ ਇਲਾਕੇ ਨੇ ਜਾਂ ਖੇਤੀਬਾੜੀ ਪ੍ਰਧਾਨ ਜਿਹੜੀਆਂ ਸਟੇਟਸ ਨੇ ਉੱਥੇ ਉਹਨਾਂ ਨੂੰ ਜਿਹੜਾ ਹੈਗਾ ਇਨਫਰਾਸਟਰਕਚਰ ਡਿਵੈਲਪ ਕਰਨ ਦੀ ਲੋੜ ਸੀਗੀ ਔਰ ਉਸ ਇਨਫਰਾਸਟਰਕਚਰ ਦੇ ਲਈ ਜਿਹੜਾ ਬਜਟ ਰੱਖਣਾ ਸੀਗਾ ਉਹ ਉਹਨਾਂ ਦੇ ਇਸ ਬਜਟ ਦੇ ਵਿੱਚ ਨਹੀਂ ਕੋਈ ਉਹਦੇ ਲਈ ਪੈਸਾ ਰੱਖਿਆ ਗਿਆ। ਸਗੋਂ ਮੈਂ ਇਸ ਲਈ ਕਹਿਣਾ ਕਿ ਖੇਤੀਬਾੜੀ ਨੂੰ ਤਾਂ ਹੀ ਤੁਸੀਂ ਡਿਵੈਲਪ ਕਰ ਸਕਦੇ ਹੋ ਜੇ ਤੁਸੀਂ ਇਹਨਾਂ ਸੂਬਿਆਂ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਪੰਜਾਬ, ਹਰਿਆਣਾ, ਯੂਪੀ ਦੇ ਵਿੱਚ ਜੇ ਤੁਸੀਂ ਐਗਰੋ ਬੇਸਡ ਇੰਡਸਟਰੀ ਲੈ ਕੇ ਆਓਗੇ। ਐਗਰੋ ਬੇਸਡ ਇੰਡਸਟਰੀ ਦੇ ਲਈ ਇਨਫਰਾਸਟਰਕਚਰ ਜਿਹੜਾ ਹੈਗਾ ਜੋ
ਪੈਸਾ ਚਾਹੀਦਾ ਹੈ ਉਹ ਜਿੰਨੀ ਦੇਰ ਤੁਸੀਂ ਮੁਹੱਈਆ ਨਹੀਂ ਕਰਾਉਂਦੇ ਕਿਸਾਨਾਂ ਨੂੰ, ਜਾਂ ਮੈਨੂੰ ਲੱਗਦਾ ਕਿ ਜੇ ਸਮਾਲ ਸਕੇਲ ਇੰਡਸਟਰੀ ਦੀ ਵੀ ਆਪਾਂ ਗੱਲ ਕਰੀਏ ਐਗਰੋ ਬੇਸਡ, ਤਾਂ ਉਹਦੇ ਲਈ ਵੀ ਜਿਹੜਾ ਬਜਟ ਰੱਖਣਾ ਚਾਹੀਦਾ ਸੀ ਉਹ ਨਹੀਂ ਰੱਖ ਰਿਹਾ। ਔਰ ਹੋ ਕੀ ਰਿਹਾ, ਸਗੋਂ ਜਿਹੜੀ ਅਡਾਨੀ ਅੰਬਾਨੀ ਨੇ, ਜਿਹੜੇ ਉੱਪਰਲੇ ਜਿਹੜੇ ਕਾਰਪੋਰੇਟ ਘਰਾਣੇ ਨੇ, ਜਿਹੜੇ ਬਹੁਤ ਅਮੀਰ ਲੋਕ ਨੇ, ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਇਹਨਾਂ ਦੇ ਉੱਤੇ ਕਬਜ਼ਾ ਕਰੋ। ਇਹ ਕੰਮ ਸਰਕਾਰ ਦੇ ਨਹੀਂ, ਇਹ ਕੰਮ ਸਗੋਂ ਕਾਰਪੋਰੇਟ ਦੇ ਰਾਹੀਂ ਉਹ ਕਰਵਾਉਣਾ ਚਾਹੁੰਦੇ ਨੇ। ਇਸ ਲਈ ਇਹ ਇੱਦਾਂ ਦਾ ਬਜਟ ਉਹ ਇਸ ਕਿਸਮ ਦਾ ਨਹੀਂ ਰੱਖ ਰਹੀ। ਸੋ ਕਹਿਣ ਦਾ ਮਤਲਬ ਇੱਕ ਨਟਸ਼ੈਲ ਦੇ ਵਿੱਚ ਇਹੀ ਮੈਂ ਕਹਿਣਾ ਚਾਹੁੰਦਾ ਕਿ ਸਰਕਾਰ ਖੇਤੀਬਾੜੀ ਤੋਂ ਆਪਣੇ ਹੱਥ ਖਿੱਚ ਰਹੀ ਹੈ, ਔਰ ਇਹਨੂੰ ਕੋਈ ਜਿਹੜੀਆਂ ਮਾੜੀਆਂ ਮੋਟੀਆਂ ਇਨਫਰਾਸਟਰਕਚਰ ਜਿਹੜੀ ਡਿਵੈਲਪ ਕਰਨ ਦੀ ਲੋੜ ਹੈ ਉਹ ਵੀ ਚਾਹੁੰਦੀ ਹੈ ਵੀ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹ ਇਹਦੇ ਵਿੱਚ ਪੈਸਾ ਲਾਉਣ ਔਰ ਉਹੀ ਇਹਦੇ 'ਤੇ ਮੁਨਾਫਾ ਕਮਾਉਣ। ਸਾਡੀ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਖੇਤੀਬਾੜੀ ਨਾਲ ਸੰਬੰਧਿਤ ਜਿਹੜੀ ਹੈਗੀ ਆ ਉਹ ਨਹੀਂ ਹੈ। ਔਰ ਇਸੇ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਇਸ ਬਜਟ ਦੇ ਵਿੱਚ ਇਸ ਕਿਸਮ ਦੀ ਕੋਈ ਜਿਹੜੇ ਬਜਟ ਦੀ ਪ੍ਰਾਵਧਾਨ ਜਿਹੜੀ ਹੈਗੀ ਉਹ ਨਹੀਂ ਕੀਤੀ ਗਈ। ਡਾਕਟਰ ਸਾਹਿਬ, ਕੀ ਮੰਨਦੇ ਹੋ ਕਿ ਕਾਰਪੋਰੇਟ ਖੇਤਰ ਨੂੰ ਜਿਹੜਾ ਉਹ ਇੰਨਾ ਜ਼ਿਆਦਾ ਕਿਉਂ ਤਵੱਜੋ ਦਿੱਤੀ ਜਾ ਰਹੀ ਹੈ ਕਿ ਹਰ ਪਾਸੇ, ਜੇ ਆਪਾਂ ਏਅਰਪੋਰਟਸ ਦੇਖੀਏ, ਰੇਲਵੇ ਦੇਖੀਏ, ਤਾਂ ਹਰ ਪਾਸੇ ਜਿਹੜੀ ਦਖਲਅੰਦਾਜ਼ੀ ਜਿਹੜੀ ਹੈ ਕਾਰਪੋਰੇਟ ਖੇਤਰ ਦੀ ਹੈ। ਸਰਕਾਰ ਨੂੰ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ? ਕਿਉਂਕਿ ਆਮ ਲੋਕਾਂ ਦਾ ਨੁਕਸਾਨ ਹੁੰਦਾ ਹੈ, ਮਹਿੰਗਾਈ ਵੱਧਦੀ ਹੈ, ਤਾਂ ਆਮ ਲੋਕ ਕਿਤੇ ਨਾ ਕਿਤੇ ਮਹਿਸੂਸ ਤਾਂ ਕਰਦੇ ਨੇ। ਜਵਾਬ ਜਿਹੜਾ ਉਹ ਸਿਰਫ ਵੋਟਾਂ ਬਦਲੇ ਦੇ ਸਕਦੇ ਨੇ। ਦੇਖੋ, ਜਿੱਥੋਂ ਤੱਕ ਸਮਝ ਆ ਰਹੀ ਹੈ ਕਿ ਕੋਈ ਕਾਰਪੋਰੇਟਸ ਜਿਹੜੇ ਨੇ ਉਹਨਾਂ ਕੋਲੇ ਬਹੁਤ ਸਾਰਾ ਪੈਸਾ ਹੈ, ਔਰ ਉਹ ਪੈਸੇ ਦੇ ਨਾਲ ਕੀ ਹੁੰਦਾ ਕਿ ਉਹ ਜਿਹੜੇ ਨੇ ਅਡਾਨੀ ਅੰਬਾਨੀ ਦੀ ਆਪਾਂ ਗੱਲ ਕਰ ਰਹੇ ਹਾਂ ਮੰਨ ਲਓ, ਤਾਂ ਉਹ ਸਰਕਾਰਾਂ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਬਣਾਉਂਦੇ ਨੇ। ਉਹ ਇਸ ਲਈ ਪ੍ਰੈਸ਼ਰ ਬਣਾਉਂਦੇ ਨੇ ਕਿਉਂਕਿ ਤੁਸੀਂ ਦੇਖੋਗੇ ਕਿ ਇਸ ਵੇਲੇ ਦੋ ਜਿਹੜੇ ਗੁਜਰਾਤੀ ਨੇ ਉਹਦੇ 'ਚ ਮੋਦੀ ਔਰ ਅਮਿਤ ਸ਼ਾਹ, ਉਹੋ ਹੀ ਸਰਕਾਰ ਚਲਾ ਰਹੇ ਨੇ, ਔਰ ਦੋ ਗੁਜਰਾਤੀ ਨੇ ਉਹ ਬਿਜ਼ਨਸ ਚਲਾ ਰਹੇ ਨੇ, ਅਡਾਨੀ ਤੇ ਅੰਬਾਨੀ, ਉਹ ਵੀ ਗੁਜਰਾਤੀ ਨੇ। ਸੋ ਇਹ ਚਾਰੇ ਗੁਜਰਾਤੀ ਮਿਲ ਕੇ ਸਾਰੇ ਪੂਰੇ ਹਿੰਦੁਸਤਾਨ ਦੇ ਬਜਟ ਨੂੰ, ਹਿੰਦੁਸਤਾਨ ਦੀ ਪੋਲਿਟਿਕਸ ਨੂੰ ਇਹ ਕੰਟਰੋਲ ਕਰ ਰਹੇ ਨੇ। ਸੋ ਇਸ ਗੱਲ ਨੂੰ ਸਾਨੂੰ ਸਮਝਣ ਦੀ ਲੋੜ ਹੈ ਕਿਉਂਕਿ ਇਹਨਾਂ ਦਾ ਪ੍ਰੈਸ਼ਰ, ਦੋਨਾਂ ਦਾ ਪ੍ਰੈਸ਼ਰ ਕੀ ਹੈ, ਕਿਉਂਕਿ ਆਪਸ ਯਾਰੀ ਦੋਸਤੀ ਹੈ ਔਰ ਬਹੁਤ ਸਾਰਾ ਪੈਸਾ ਜਿਹੜਾ ਹੈਗਾ ਉਹਨਾਂ ਦਾ ਇਲੈਕਸ਼ਨਾਂ ਦੇ ਵਿੱਚ ਲੱਗਿਆ ਹੋਇਆ, ਸਰਕਾਰ ਦੇ ਵਿੱਚ ਲੱਗਿਆ ਹੋਇਆ, ਬਹੁਤ ਸਾਰੇ ਕਮਿਸ਼ਨਸ ਜਿਹੜੇ ਨੇ ਉਹ ਉਹਨਾਂ ਨੂੰ ਦਿੱਤੇ ਜਾਂਦੇ ਨੇ ਇਹਨਾਂ ਸਰਕਾਰਾਂ ਨੂੰ। ਸੋ ਉਸ ਲਾਲਚ ਦੇ ਕਰਕੇ, ਉਸ ਪ੍ਰੈਸ਼ਰ ਦੇ ਕਰਕੇ ਲਗਾਤਾਰ ਜਿਹੜੇ ਲੋਕ ਵਿਰੋਧੀ ਫੈਸਲੇ ਨੇ ਪਿਛਲੇ ਕਰੋਨਾ ਦੌਰਾਨ ਜਿਹੜਾ ਹੈਗਾ ਲਗਭਗ 45 ਬਿੱਲ ਜੋ ਪਾਸ ਕੀਤੇ ਸੀ ਉਹ ਇਸ ਬਜਟ ਦੇ ਵਿੱਚ ਉਹ ਅੱਗੇ ਜਾਣੇ ਆ ਔਰ ਹੋ ਜਾਣੇ ਆ ਉਹ ਕਲੀਅਰ ਸਾਰੇ, ਤਾਂ ਆਪਾਂ ਨੂੰ ਜਿਵੇਂ ਲੱਗ ਰਿਹਾ ਹੈ। ਸੋ ਉਹ 45 ਬਿੱਲ ਜਿਹੜੇ ਨੇ ਉਹ ਇਸ ਬਜਟ ਸੈਸ਼ਨ ਦੇ ਵਿੱਚ ਉਹ ਲਾਗੂ ਕੀਤੇ ਜਾਣਗੇ। ਸੋ ਤੁਸੀਂ ਦੇਖੋਗੇ ਕਿ ਉਹਨਾਂ ਪ੍ਰੈਸ਼ਰਾਂ ਕਰਕੇ, ਉਹਨਾਂ ਅਡਾਨੀ ਅੰਬਾਨੀ ਦੇ ਜਿਹੜਾ ਇੰਨਾ ਪੈਸਾ ਇਹਨਾਂ ਦੇ ਉੱਤੇ ਲਾਇਆ ਹੋਇਆ, ਖਰਚਿਆ ਹੋਇਆ ਸਰਕਾਰਾਂ ਦੇ ਉੱਤੇ, ਉਹਦਾ ਮੁੱਲ ਜਿਹੜੇ ਨੇ ਇਹ ਮੋੜ ਰਹੇ ਨੇ ਔਰ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ। ਜੀ, ਕਿਸਾਨ ਤਾਂ ਉਮੀਦ ਕਰਦੇ ਨੇ ਕਿ ਇਸ ਬਜਟ ਸੈਸ਼ਨ ਦੇ ਵਿੱਚ ਖੇਤੀ ਕਾਨੂੰਨ ਨੂੰ ਰੱਦ ਕਰ ਦਿੱਤਾ ਜਾਏ। ਕੀ ਮੰਨਦੇ ਹੋ ਕਿ ਸਰਕਾਰ ਕੋਈ ਇਹੋ ਜਿਹਾ ਪ੍ਰਸਤਾਵ ਲਿਆ ਸਕਦੀ ਹੈ ਕਿ ਲਗਾਤਾਰ, ਜਿਵੇਂ ਟਕੈਤ ਸਾਹਿਬ ਕਹਿ ਰਹੇ ਨੇ ਕਿ ਅਸੀਂ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ, ਉਧਰਲੇ ਪਾਸੇ ਨੂੰ ਵੀ ਵਧਿਆ ਜਾ ਸਕਦਾ? ਦੇਖੋ, ਜ਼ਰੂਰ ਇਹਦੇ ਵਿੱਚ ਵਧਣਾ ਚਾਹੀਦਾ। ਮੈਂ ਇਹ ਨਹੀਂ ਕਹਿੰਦਾ ਕਿ ਗੱਲਬਾਤ ਨਹੀਂ ਹੋਣੀ ਚਾਹੀਦੀ, ਪਰ ਗੱਲਬਾਤ ਕਿਹਦੇ ਨਾਲ? ਜਿਵੇਂ ਹੁਣ ਟਕੈਤ ਜੀ ਨੇ ਸਵਾਲ ਕੀਤਾ ਵੀ ਤੁਸੀਂ ਇਹ ਤਾਂ ਕਹਿਦਾ ਵੀ ਅਸੀਂ ਫੋਨ ਕਾਲ ਦੀ ਉਡੀਕ ਕਰ ਰਹੇ ਹਾਂ, ਪਰ ਕਿਹੜਾ ਫੋਨ ਕਾਲ ਕਿਹਨੂੰ ਕੀਤਾ ਜਾਏ, ਕੌਣ ਉਹਦੀ ਜ਼ਿੰਮੇਵਾਰੀ ਲਏਗਾ, ਉਹ ਜਿਹੜੀ ਮੀਟਿੰਗ ਹੋਣੀ ਹੈ ਉਹਦੇ ਬਾਰੇ ਭੰਬਲ ਭੂਸੇ ਬਣਾਏ ਜਾ ਰਹੇ ਨੇ। ਦੂਸਰੇ ਪਾਸੇ ਇੱਕ ਪਾਸੇ ਇਹ ਕਿਹਾ ਜਾ ਰਿਹਾ ਕਿ ਕਿਸਾਨਾਂ ਨਾਲ ਗੱਲ ਕਰੋ, ਦੂਜੇ ਪਾਸੇ ਉਹਨਾਂ ਦੇ ਕੇਸ ਬਣਾਏ ਜਾ ਰਹੇ ਨੇ। ਇੱਕ ਪਾਸੇ ਕਿਹਾ ਜਾ ਰਿਹਾ ਕਿ ਫੋਨ ਕਰੋ, ਇੱਕ ਪਾਸੇ ਇੰਟਰਨੈਟ ਬੰਦ ਹੈ, ਇੰਟਰਨੈਟ ਤੁਹਾਡੇ ਬੰਦ ਨੇ, ਤੁਸੀਂ ਕਹਿੰਦੇ ਫੋਨ ਕਾਲ ਕਰੋ। ਠੀਕ ਹੈ, ਇਹਦਾ ਮਤਲਬ ਹੈ ਕਿ ਦੋਗਲੀ ਨੀਤੀ ਸਰਕਾਰ ਦੀ ਸਾਹਮਣੇ ਆ ਰਹੀ ਹੈ ਔਰ ਲੋਕਾਂ ਨੂੰ ਔਰ ਕਿਸਾਨਾਂ ਨੂੰ ਬੁੱਧੂ ਬਣਾ ਰਹੀ ਹੈ ਸਰਕਾਰ। ਇੱਕ ਪਾਸੇ ਫੌਜ ਉੱਥੇ ਜਿਹੜੀ ਹੈਗੀ ਮਿਲਟਰੀ ਲਾ ਰਹੀ ਔਰ ਪੁਲਿਸ ਲਾ ਰਹੀ ਹੈ ਤਾਂ ਕਿ ਉਹਨਾਂ ਦੇ ਜਿਹੜਾ ਉਹਨਾਂ ਨੂੰ ਡਰਾਇਆ ਜਾ ਸਕੇ, ਉਹਨਾਂ ਨੂੰ ਧਮਕਾਇਆ ਜਾ ਸਕੇ। ਦੂਜੇ ਪਾਸੇ ਉਹ ਪ੍ਰਧਾਨ ਮੰਤਰੀ ਸਾਹਿਬ ਗੱਲਬਾਤ ਦੀਆਂ ਗੱਲਾਂ ਕਰਦੇ ਨੇ। ਸੋ ਇਹ ਜਿਹੜਾ ਦੋਗਲਾ ਉਹਨਾਂ ਦਾ ਕਰੈਕਟਰ ਹੈ ਸਰਕਾਰ ਦਾ, ਉਹ ਹੀ ਸਾਹਮਣੇ ਆ ਰਿਹਾ ਹੈ। ਇਹਦੇ ਵਿੱਚ ਕਿਸਾਨਾਂ ਨੂੰ ਹਜੇ ਮੈਨੂੰ ਲੱਗਦਾ ਕਿ ਹੋਰ ਲੰਬਾ ਸੰਘਰਸ਼ ਲੜਨਾ ਪੈ ਸਕਦਾ ਹੈ। ਮੰਨਦੇ ਹੋ ਕਿ ਜੇ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲਬਾਤ ਹੁੰਦੀ ਹੈ ਫਿਰ ਮਸਲੇ ਦਾ ਹੱਲ ਨਿਕਲ ਜਾਏਗਾ, ਜਾਂ ਫਿਰ ਇਸ ਤਰ੍ਹਾਂ ਹੀ ਲਟਕਿਆ ਰਹੂਗਾ? ਨਹੀਂ, ਗੱਲਬਾਤ ਤਾਂ ਹੀ ਹੋਏਗੀ ਨਾ ਜੇ ਚਾਹੇ ਉਹ ਟਕੈਤ ਜੀ ਹੋਣ, ਚਾਹੇ ਹੁਣ ਜਥੇਬੰਦੀਆਂ ਹੋਣ ਵੱਖ-ਵੱਖ ਕਿਸਾਨਾਂ ਦੀਆਂ, ਉਹ ਇਹੀ ਕਹਿ ਰਹੀਆਂ ਨੇ ਕਿ ਪਹਿਲਾਂ ਤੁਸੀਂ ਮਾਹੌਲ ਤਾਂ ਤਿਆਰ ਕਰੋ ਨਾ,
ਗੱਲਬਾਤ ਤਾਂ ਹੀ ਹੋਏਗੀ ਜੇ ਇੱਕ ਮਾਹੌਲ ਤਿਆਰ ਹੋਏਗਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਸਰਕਾਰ ਨੇ ਛੜਯੰਤਰ ਰਚਿਆ ਹੈ, ਖਾਸ ਤੌਰ ਤੇ ਲਾਲ ਕਿਲੇ ਵਾਲੀ ਤੁਸੀਂ ਦੀਪ ਸਿੱਧੂ ਦੀ ਗੱਲ ਕੀਤੀ ਸੀਗੀ, ਉਹ ਜਿਹੜਾ ਇੱਕ ਛੜਯੰਤਰ ਦੇ ਵਿੱਚ ਕਿਸਾਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਛੜਯੰਤਰ ਤੋਂ ਤਾਂ ਇਹੀ ਲੱਗ ਰਿਹਾ ਹੈ ਕਿ ਸਰਕਾਰ ਹਜੇ ਇਹ ਕਿਸਾਨਾਂ ਦੇ ਜਿਹੜੇ ਇਹ ਖਾਸ 3 ਕਾਲੇ ਕਾਨੂੰਨ ਨੇ ਉਹਨਾਂ ਨੂੰ ਇਹ ਰੱਦ ਨਹੀਂ ਕਰਨਾ ਚਾਹੁੰਦੀ ਔਰ ਉਹਨਾਂ ਦੇ ਉੱਤੇ ਅੜੀ ਹੋਈ ਹੈ। ਸੋ ਇਸ ਕਰਕੇ ਇਹ ਲੋਕਾਂ ਨੂੰ ਵੀ ਬੁੱਧੂ ਬਣਾ ਰਹੀ ਹੈ ਔਰ ਕਿਸਾਨਾਂ ਨੂੰ ਵੀ ਭੰਬਲ ਭੂਸੇ ਵਿੱਚ ਪਾ ਕੇ ਇੱਕ ਪਾਸੇ ਇਹ ਕਹਿ ਰਹੀ ਹੈ ਕਿ ਅਸੀਂ ਗੱਲਬਾਤ ਕਰਾਂਗੇ ਔਰ ਦੂਜੇ ਪਾਸੇ ਸਾਰੀਆਂ ਚੀਜ਼ਾਂ ਐਂਟੀ ਗੱਲਬਾਤ ਦੀਆਂ, ਐਂਟੀ ਸੰਵਾਦ ਦੀਆਂ, ਐਂਟੀ ਡਾਇਲੌਗ ਦੀਆਂ ਹੋ ਰਹੀਆਂ ਨੇ। ਇਹ ਲੋਕ ਸਮਝ ਰਹੇ ਨੇ। ਜੀ ਬਿਲਕੁਲ। ਅਖੀਰ ਦੇ ਵਿੱਚ ਦੀਪ ਸਿੱਧੂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਜਿਸ ਦਿਨ ਤੋਂ 26 ਜਨਵਰੀ ਦੇ ਮੌਕੇ ਤੇ ਜੋ ਕੁਝ ਘਟਨਾ ਵਾਪਰੀ ਲਾਲ ਕਿਲੇ ਤੇ। ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਆਖਿਰਕਾਰ ਦੀਪ ਸਿੱਧੂ ਦੀ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ? ਲਗਾਤਾਰ ਜਿਹੜੇ ਕਿਸਾਨ ਆਗੂ ਨੇ ਉਸ ਨੂੰ ਗੱਦਾਰ ਕਹਿ ਰਹੇ ਨੇ, ਪਹਿਲਾਂ ਆਰਐਸਐਸ ਦਾ ਏਜੰਟ ਵੀ ਕਹਿੰਦੇ ਰਹੇ ਨੇ, ਹੁਣ ਸਪਸ਼ਟ ਤੌਰ ਤੇ ਕਹਿੰਦੇ ਹੁਣ ਤਾਂ ਪੱਕੀ ਮੋਹਰ ਲੱਗ ਗਈ। ਪਰ ਕੀ ਇੰਟੈਲੀਜੈਂਸ ਏਜੰਸੀਆਂ ਇੱਥੇ ਫੇਲ ਨਹੀਂ ਹੁੰਦੀਆਂ ਕਿ ਦੀਪ ਸਿੱਧੂ ਲਗਾਤਾਰ ਆਪਣੀਆਂ ਵੀਡੀਓਜ਼ ਵੀ ਵਾਇਰਲ ਕਰਦਾ ਤੇ ਉਹ ਕਹਿ ਵੀ ਰਿਹਾ ਕਿ ਆਉਣ ਵਾਲੇ ਦਿਨਾਂ 'ਚ ਮੈਂ ਆਤਮ ਸਮਰਪਣ ਕਰ ਦੇਣਾ, ਪਰ ਕੀ ਉਸ ਤੋਂ ਪਹਿਲਾਂ ਦੀਪ ਸਿੱਧੂ ਦੇ ਉੱਤੇ ਹੱਥ ਨਾ ਪਾਉਣਾ ਸਾਜ਼ਿਸ਼ ਨਹੀਂ ਲੱਗਦੀ? ਦੇਖੋ ਸੁਖਵਿੰਦਰ ਜੀ, ਪਹਿਲੀ ਗੱਲ ਤਾਂ ਜਦੋਂ ਲਾਲ ਕਿਲੇ ਤੇ ਉਹਨੇ ਝੰਡਾ ਚੜਾਇਆ, ਪਹਿਲੀ ਗੱਲ ਤਾਂ ਉਹ ਉੱਥੋਂ ਕਿਵੇਂ ਭੱਜ ਗਿਆ? ਸਵਾਲ ਤਾਂ ਇਹੀ ਹੈ। ਆਪਾਂ ਇਹ ਕਹਿੰਦੇ ਕਿ ਉਹਦਾ ਅੱਜ ਦੀ ਗੱਲ ਤੁਸੀਂ ਕਰ ਰਹੇ ਹੋ, ਮੈਂ ਕਹਿੰਦਾ ਇਹ ਜਦੋਂ ਉੱਥੇ ਝੰਡਾ ਚੜਾ ਰਿਹਾ ਸੀਗਾ, ਜਦੋਂ ਸ਼ਰੇਆਮ ਲੋਕ ਉਹਦੀ ਵੀਡੀਓ ਬਣਾ ਰਹੇ ਨੇ, ਵੀਡੀਓ ਵਾਇਰਲ ਹੋ ਰਹੀ ਆ ਕਿ ਬੰਦਾ ਆ ਮੋਟਰਸਾਈਕਲ ਲੈ ਕੇ ਭੱਜ ਰਿਹਾ ਹੈ, ਠੀਕ ਹੈ ਨਾ, ਉਦੋਂ ਏਜੰਸੀਆਂ ਕੀ ਕਰ ਰਹੀਆਂ ਸੀ, ਉਦੋਂ ਫੌਜ ਉੱਥੇ ਕੀ ਕਰ ਰਹੀ ਸੀ। ਬਾਕੀ ਤੁਸੀਂ ਸੈਂਕੜੇ ਸਾਡੇ ਨੌਜਵਾਨ ਉਹ ਤੁਸੀਂ ਜੇਲ੍ਹਾਂ 'ਚ ਸਿੱਟੇ ਹੋਏ ਨੇ, ਉਹਨਾਂ ਦੇ ਉੱਤੇ ਕੇਸ ਬਣ ਗਿਆ, ਪਰ ਜਿਹੜਾ ਮੇਨ ਬੰਦਾ ਹੈ, ਮੁੱਖ ਉੱਤੇ ਹੈ, ਉਹਨੂੰ ਤੁਸੀਂ ਛੱਡਿਆ ਹੋਇਆ ਖੁੱਲ੍ਹਾ। ਸੋ ਸ਼ਰੇਆਮ ਇਹਦਾ ਮਤਲਬ ਇਹੀ ਹੈ ਕਿ ਸਰਕਾਰ ਜਿਹੜੀ ਹੈਗੀ ਹੈ ਉਹ ਸੀਰੀਅਸ ਨਹੀਂ ਹੈ ਔਰ ਇਹਨੂੰ ਹੋਰ ਵਧਾਉਣਾ ਚਾਹੁੰਦੀ ਹੈ। ਲੋਕਾਂ ਨੂੰ ਇੱਕ ਪਾਸੇ ਕਹਿ ਰਹੀ ਹੈ ਵੀ ਤੁਸੀਂ ਮੋਦੀ ਸਾਹਿਬ ਦਾ ਬਿਆਨ ਆਉਂਦਾ ਹੈ ਕਿ ਦੇਖੋ ਜੀ ਇਹ ਤਾਂ ਝੰਡੇ ਚੜਾਉਣ ਨਾਲ ਬੜੇ ਲੋਕਾਂ ਦਾ ਦਿਲ ਦੁਖਿਆ, ਪਰ ਜਿਹੜਾ ਬੰਦਾ ਝੰਡਾ ਚੜਾ ਕੇ ਗਿਆ ਉਹਨੂੰ ਤੁਸੀਂ ਵੜ ਕੇ ਰਾਜ਼ੀ ਨਹੀਂ ਹੋ। ਸੋ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਰਲੀ ਮਿਲੀ ਜਿਹੜੀ ਹੈਗੀ ਆ ਉਹਨਾਂ ਦੀ, ਇਹ ਮਿਲ ਕੇ ਜਿਹੜੀ ਹੈਗੀ ਆ ਗੇਮ ਖੇਡੀ ਜਾ ਰਹੀ ਹੈ। ਜੀ ਸ਼ੁਕਰੀਆ, ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ। ਜਿਸ ਤਰੀਕੇ ਦੇ ਨਾਲ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ, ਉਮੀਦਾਂ ਬਹੁਤ ਕੀਤੀਆਂ ਗਈਆਂ ਕਿ ਇਹ ਬਜਟ ਜਿਹੜਾ ਉਹ ਕਿਸਾਨਾਂ ਦੇ ਲਈ, ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਨਾ ਕੋਈ ਗੱਲ ਇਹੋ ਜਿਹੀ ਲੈ ਕੇ ਆਏਗਾ, ਪਰ ਕਿਸਾਨਾਂ ਨੂੰ ਵੀ ਇਸ ਤੋਂ ਬਹੁਤੀ ਉਮੀਦ ਤਾਂ ਨਹੀਂ ਸੀ। ਪਰ ਫਿਰ ਵੀ ਜੋ ਕੁਝ ਬਜਟ ਦੇ ਵਿੱਚ ਹੋਇਆ ਉਹਦੇ ਬਾਰੇ ਡਾਕਟਰ ਸਾਹਿਬ ਨੇ ਬੜੇ ਵਿਸਥਾਰ ਦੇ ਨਾਲ ਦੱਸਿਆ। ਉਮੀਦਾਂ ਬਹੁਤ ਨੇ ਤੇ ਅੱਗੇ ਜਾ ਕੇ ਕੀ ਲੱਗਦਾ ਕਿ ਖੇਤੀ ਕਾਨੂੰਨ ਰੱਦ ਹੋ ਸਕਦੇ ਨੇ, ਇਹਦੇ ਬਾਰੇ ਸਰਕਾਰ ਨਾਲ ਗੱਲਬਾਤ ਹੋਣੀ ਹੈ। ਕਿਸਾਨ ਸਮਾਂ ਤੈਅ ਕਰਨਗੇ, ਗੱਲਬਾਤ ਕਦੋਂ, ਕਿੱਥੇ, ਕਿਵੇਂ ਹੋਏਗੀ, ਕਿਸ ਤਰ੍ਹਾਂ ਮਾਹੌਲ ਸੁਖਾਵਾਂ ਬਣੇਗਾ, ਕੀ ਪਰਚੇ ਰੱਦ ਹੋਣਗੇ ਜਾਂ ਨਹੀਂ ਹੋਣਗੇ, ਦੀਪ ਸਿੱਧੂ ਦੀ ਗ੍ਰਿਫਤਾਰੀ ਨੂੰ ਲੈ ਕੇ ਕੀ ਕੁਝ ਅਪਡੇਟ ਸਾਹਮਣੇ ਆਉਂਦੀ ਹੈ, ਸਭ ਤੁਹਾਨੂੰ ਦੱਸਾਂਗੇ। ਲੋਕਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਧੰਨਵਾਦ।